ਸੁਖਾਉ ਟਲ ਗੁਰ ਸੇਵੀਐ ਐਨਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮਦੀ ਨੂਰ ਅਰਸੋਂ ਕੁਰਸੋਂ ਚਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕੱਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕੱਟੀਐ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਵਡਹੰਸ ਮਹਲਾ ਤੀਜਾ। ਮਨੁਆ ਦੈ ਦਿਸ ਧਾਵੰਦਾ ਉਹ ਕੈਸੇ ਹਰ ਗੁਣ ਗਾਵੈ। ਇੰਦਰੀ ਵਿਆਪ ਰਹੀ ਅਧਿਕਾਈ ਕਾਮ ਕ੍ਰੋਧ ਨਿਤ ਸੰਤਾਵੈ। ਵਾਹੋ ਵਾਹੋ ਸਾਰੇ ਗੁਣ ਰਵੀਜਾ। ਰਾਮ ਨਾਮ ਇਸ ਜੁਗ ਮੈਂ ਦੁਰਲਭ ਹੈ ਗੁਰਮਤਿ ਹਰ ਰਸ ਪੀਜਾ। ਮਨਵਾ ਦੈ ਦਿਸ ਧਾਵੰਦਾ ਉਹ ਕੈਸੇ ਹਰ ਗੁਣ ਗਾਵੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਲੀਏ ਕੁਲ ਆਲਮ ਸਰਵਰੇ ਕਾਇਨਾਤ ਜੁਗੋ ਜੁਗ ਅਟਲ ਗਰੀਬ ਨਵਾਜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀਆਂ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਸਭਾਏਮਾਨ ਹੋ ਰਹੀ ਗੁਰੂ ਕੀ ਸੰਗਤ ਆਪ ਸੰਗਤਾਂ ਨੇ ਸਤਿਗੁਰਾਂ ਦੇ ਦਰਬਾਰ ਵਿੱਚ ਸੁਸ਼ੋਭਿਤ ਹੁੰਦਿਆਂ ਹੋਇਆਂ ਸਤਿਗੁਰਾਂ ਦੀ ਅਗੰਮੀ ਬਾਣੀ ਦੇ ਕੀਰਤਨ ਦੀਆਂ ਧੁਨਾਂ ਸਰਵਣ ਕੀਤੀਆਂ, ਸ਼ਬਦ ਸਰਵਣ ਕੀਤੇ। ਮਿਲਿਆ ਹੋਇਆ ਸਮਾਂ ਸਫਲਾ ਬਣਾਇਆ ਹੈ। ਅੰਮ੍ਰਿਤ ਵੇਲਾ ਸੱਚ ਨਾਓ ਵਡਿਆਈ ਵਿਚਾਰ। ਇਹ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀਆਂ ਦੇ ਮਹਾਨ ਬਚਨ ਹਨ। ਅੰਮ੍ਰਿਤ ਵੇਲੇ ਨੂੰ ਪਰਮਾਤਮਾ ਦੀ ਵਡਿਆਈ ਦੇ ਵਿੱਚ ਲਾ ਕੇ ਉਸ ਦੀ ਵਡਿਆਈ ਨੂੰ ਸੁਣ ਕੇ ਪੜ੍ਹ ਕੇ ਆਪ ਸੰਗਤਾਂ ਸਫਲੇ ਬਣਾ ਰਹੇ ਹੋ। ਇਸ ਵੇਲੇ ਸਤਿਗੁਰਾਂ ਨੇ ਸਾਨੂੰ ਲੜੀਵਾਰ ਗੁਰਬਾਣੀ ਦੀ ਸਿੱਖਿਆ ਦੇਣ ਵਾਸਤੇ ਉਪਦੇਸ਼ ਦੇਣ ਵਾਸਤੇ ਪ੍ਰੇਰ ਕੇ ਆਪਣੇ ਦਰਬਾਰ ਦੇ ਵਿੱਚ ਸਾਨੂੰ ਸਭਾਏਮਾਨ ਕੀਤਾ ਹੈ। ਆਓ ਬੜੀ ਭਾਵਨਾ ਦੇ ਨਾਲ ਸਤਿਗੁਰੂ ਜੀ ਜੋ ਅੱਜ ਦਾ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ ਇਸ ਨੂੰ ਸਰਵਣ ਕਰੀਏ ਅਤੇ ਆਪਣੇ ਮਨੁੱਖਾ ਜਨਮ ਨੂੰ ਸਫਲਾ ਬਣਾਈਏ। ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਵਡਹੰਸ ਮਹਲਾ ਤੀਜਾ। ਤੀਸਰੇ ਪਾਤਸ਼ਾਹ ਸਾਹਿਬ ਗੁਰੂ ਅਮਰਦਾਸ ਮਹਾਰਾਜ ਜੀ ਜਿਨ੍ਹਾਂ ਦੇ ਬਾਬਤ ਬਚਨ ਨੇ ਗੁਰਬਾਣੀ ਦੇ ਅੰਦਰ। ਧੰਨ ਗੁਰੂ ਅਮਰਦਾਸ ਪਾਤਸ਼ਾਹ ਐਸੇ ਗੁਰੂ ਹਨ, ਐਸੀ ਬਖਸ਼ਿਸ਼ ਕਰਨ ਵਾਲੇ ਨੇ ਜਿਨ੍ਹਾਂ ਦੀ ਅੰਮ੍ਰਿਤ ਵੇਲੇ ਜਿਨ੍ਹਾਂ ਰੋਗੀਆਂ ਦੇ ਉੱਪਰ ਦ੍ਰਿਸ਼ਟੀ ਪੈ ਜਾਂਦੀ ਹੈ, ਰੋਗੀਆਂ ਦੇ ਰੋਗ ਮਹਾਰਾਜ ਜੀ ਕੱਟਣ ਵਾਲੇ। ਰੋਗੀਆਂ ਰੋਗ ਖੰਡਨ ਹੈ। ਬੜੇ ਬੜੇ ਭਿਆਨਕ ਰੋਗੀ, ਕਿਸੇ ਨੂੰ ਕੋੜ ਹੋਇਆ ਹੈ, ਕਿਸੇ ਨੂੰ ਕੋਈ ਹੋਰ ਭਿਆਨਕ ਬਿਮਾਰੀ ਲੱਗੀ ਹੈ, ਗੋਇੰਦਵਾਲ ਦੀ ਧਰਤੀ 'ਤੇ ਆ ਜਾਂਦੇ। ਜਦੋਂ ਅੰਮ੍ਰਿਤ ਵੇਲੇ ਮਹਾਰਾਜ ਜੀ ਆਪਣੇ ਧਿਆਨ ਦੇ ਵਿੱਚ ਬੈਠਦੇ, ਸਿਮਰਨ ਦੇ ਵਿੱਚ ਬੈਠਦੇ, ਉਸ ਦਰਵਾਜ਼ੇ ਦੇ ਬਾਹਰ ਜਿਹੜੇ ਕੋੜੀ ਸਨ, ਰੋਗੀ ਸਨ, ਸਾਰੇ ਜਾਣੇ ਇਕੱਠੇ ਹੋ ਜਾਂਦੇ। ਜਦੋਂ ਸਤਿਗੁਰੂ ਪਾਤਸ਼ਾਹ ਜੀ ਸਿਮਰਨ ਦੇ ਵਿੱਚੋਂ ਉੱਠਦੇ ਅਤੇ ਆਪਣਾ ਦਰਵਾਜ਼ਾ ਖੋਲ੍ਹਦੇ, ਜਿਸ ਕਮਰੇ ਦੇ ਵਿੱਚ ਮਹਾਰਾਜ ਸਭਾਏਮਾਨ ਹੁੰਦੇ ਸਨ, ਜਦੋਂ ਦਰਵਾਜ਼ਾ ਖੋਲ੍ਹ ਕੇ ਮਹਾਰਾਜ ਜੀ ਬਾਹਰ ਆਉਂਦੇ, ਜਿਨ੍ਹਾਂ ਦੇ ਉੱਪਰ ਗੁਰੂ ਅਮਰਦਾਸ ਪਾਤਸ਼ਾਹ ਜੀ ਦ੍ਰਿਸ਼ਟੀ ਪੈ ਜਾਂਦੀ, ਕਹਿੰਦੇ ਉਹਨਾਂ ਦੇ ਰੋਗ ਜਿਹੜੇ ਸਨ ਭਿਆਨਕ ਤੋਂ ਭਿਆਨਕ ਰੋਗ ਵੀ ਕੱਟ ਦਿੰਦੇ ਮਹਾਰਾਜ ਜੀ।
ਐਸੇ ਸਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ, ਜਿਨ੍ਹਾਂ ਦੀ ਦ੍ਰਿਸ਼ਟੀ ਦੇ ਨਾਲ ਰੋਗੀਆਂ ਦੇ ਰੋਗ ਕੱਟੇ ਜਾਂਦੇ, ਜਿਨ੍ਹਾਂ ਦੇ ਉਪਦੇਸ਼ ਦੇ ਨਾਲ ਸਾਡੇ ਮਨ ਦੇ ਰੋਗ ਕੱਟੇ ਜਾਣੇ ਹਨ। ਐਸੇ ਗੁਰੂ ਪਾਤਸ਼ਾਹ ਜੀ ਸਾਨੂੰ ਵਡਹੰਸ ਰਾਗ ਦੇ ਅੰਦਰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ, ਸਾਡੇ ਮਨ ਦੇ ਰੋਗ ਕੱਟਣ ਵਾਸਤੇ। ਇਕੱਲੇ ਮਨ ਦੇ ਨਹੀਂ, ਅੱਜ ਵੀ ਸਤਿਗੁਰਾਂ ਦੀ ਗੁਰਬਾਣੀ ਜੋ ਬਚਨ ਨੇ, ਸਰੀਰ ਦੇ ਰੋਗ ਵੀ ਕੱਟੇ ਜਾਂਦੇ। ਐਸੇ ਪਾਤਸ਼ਾਹ ਜੀ ਉਪਦੇਸ਼ ਬਖਸ਼ਦੇ ਹਨ। ਮਨਵਾ ਦੈ ਦਿਸਤਾਵਦਾ ਉਹ ਕੈਸੇ ਹਰ ਗੁਣ ਗਾਵੇ। ਜਿਹੜਾ ਮਨੁਆ ਮਨ ਹੈ ਨਾ, ਮਨਮੁਖਾਂ ਦਾ ਮਨ ਦਸਾਂ ਦਿਸ਼ਾ ਦੇ ਵੱਲ ਦੌੜਦਾ ਹੈ, ਕਦੇ ਟਿਕਦਾ ਨਹੀਂ ਹੈ। ਭਾਵੇਂ ਉਹ ਬੰਦਾ ਕਿਤੇ ਵੀ ਬੈਠਾ ਹੈ, ਪਰ ਮਨ ਉਹਦਾ ਉੱਥੇ ਨਹੀਂ ਬੈਠਾ ਹੋਇਆ। ਮਨਮੁਖ ਉਸ ਨੂੰ ਕਿਹਾ ਜਾਂਦਾ ਜਿਹੜਾ ਮਨ ਦੇ ਪਿੱਛੇ ਲੱਗ ਕੇ ਤੁਰੇ, ਜਿਹੜਾ ਮਨ ਦੇ ਕਹਿਣੇ ਵਿੱਚ ਹੋਵੇ। ਜਿਹਨੇ ਆਪਾਂ ਆਮ ਹੀ ਇਹ ਗੱਲ ਕਹਿ ਦਿੰਦੇ, ਮੇਰਾ ਮਨ ਇਹ ਗੱਲ ਕਹਿੰਦਾ। ਜਦੋਂ ਮੇਰਾ ਮਨ ਇਹ ਗੱਲ ਕਹਿੰਦਾ ਜਾਂ ਮਨ ਕਹਿੰਦਾ ਵੀ ਇਹ ਕੰਮ ਕਰ, ਉਦੋਂ ਅਸੀਂ ਮਨਮੁਖ ਹਾਂ, ਮਨ ਦੇ ਪਿੱਛੇ ਲੱਗਣ ਵਾਲੇ। ਗੁਰੂ ਦੀ ਮਰਿਆਦਾ ਨੂੰ, ਗੁਰੂ ਦੇ ਹੁਕਮ ਨੂੰ ਪਰੇ ਕਰ ਦਿੱਤਾ। ਨਹੀਂ ਯਾਦ ਕੀਤਾ ਵੀ ਇਹਦੇ ਬਾਬਤ ਮਹਾਰਾਜ ਦੇ ਬਚਨ ਕੀ ਨੇ, ਮੇਰੇ ਗੁਰੂ ਦੀ ਕੀ ਸਿੱਖਿਆ ਹੈ। ਇਸ ਗੱਲ ਨੂੰ ਯਾਦ ਨਹੀਂ ਕੀਤਾ। ਸਾਨੂੰ ਯਾਦ ਇਹ ਹੈ ਵੀ ਮੇਰਾ ਮਨ ਇਹ ਗੱਲ ਕਹਿੰਦਾ ਹੈ ਅਤੇ ਮੈਂ ਉਹ ਕੰਮ ਕਰਾਂ। ਪਾਤਸ਼ਾਹ ਕਹਿਣ ਲੱਗੇ ਮਨਮੁਖ ਲੋਕਾਂ ਦਾ ਮਨ ਜਿਹੜਾ ਹੈ ਉਹ ਕਦੇ ਵੀ ਟਿਕਦਾ ਨਹੀਂ ਹੈ, ਦਸਾਂ ਦਿਸ਼ਾ ਦੇ ਵੱਲ ਦੌੜਦਾ। ਉੱਤਰ, ਦੱਖਣ, ਪੂਰਬ ਅਤੇ ਪੱਛਮ, ਇਹ ਚਾਰ ਦਿਸ਼ਾਵਾਂ ਨੇ। ਇਹਨਾਂ ਚਾਰ ਦਿਸ਼ਾਵਾਂ ਦੇ ਚਾਰ ਹੀ ਕੋਨੇ ਨੇ, ਚਾਰ ਹੀ ਨੁਕਰਾਂ ਨੇ। ਚਾਰ ਕੋਨੇ ਅਤੇ ਚਾਰ ਦਿਸ਼ਾਵਾਂ 8 ਬਣ ਜਾਂਦੇ। ਅਤੇ ਨਾਵਾਂ ਹੈ ਪਤਾਲ ਅਤੇ 10ਵਾਂ ਹੈ ਆਕਾਸ਼। ਇਸ ਤਰ੍ਹਾਂ 10 ਦਿਸ਼ਾਵਾਂ ਵਿਦਵਾਨਾਂ ਨੇ ਮੰਨੀਆਂ ਨੇ। ਜਿਸ ਤਰ੍ਹਾਂ ਅਸੀਂ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਬੈਠੇ ਹਾਂ, ਇਹਦੀਆਂ 4 ਕੰਧਾਂ ਨੇ ਚਾਰ ਪਾਸੇ, ਅਤੇ 4 ਹੀ ਇਹਦੀਆਂ ਨੁਕਰਾਂ ਨੇ, 4 ਹੀ ਇਹਦੇ ਕੋਨੇ ਨੇ। ਇਸੇ ਤਰ੍ਹਾਂ 4 ਦਿਸ਼ਾਵਾਂ ਅਤੇ 4 ਕੋਨਾ 8 ਬਣ ਜਾਂਦੀਆਂ। ਨਾਵੀਂ ਧਰਤੀ, ਨਾਵਾਂ ਪਤਾਲ ਅਤੇ 10ਵਾਂ ਆਕਾਸ਼ ਹੈ। ਪਾਤਸ਼ਾਹ ਕਹਿਣ ਲੱਗੇ ਮਨਮੁਖਾਂ ਦਾ ਮਨ ਕਦੇ ਚੜ੍ਹਦੇ ਨੂੰ ਜਾਂਦਾ, ਕਦੇ ਲਹਿੰਦੇ ਨੂੰ ਜਾਂਦਾ, ਕਦੇ ਨੁਕਰਾਂ ਨੂੰ ਚਲੇ ਜਾਂਦਾ ਹੈ, ਤਕੋਣਾ ਨੂੰ ਚਲੇ ਜਾਂਦਾ ਹੈ। ਕਦੇ ਮਨਮੁਖਾਂ ਦਾ ਮਨ ਪਤਾਲ ਨੂੰ ਚਲੇ ਜਾਂਦਾ ਵੀ ਪਤਾਲ ਦੇ ਪਦਾਰਥ ਜਿਹੜੇ ਨੇ ਉਹ ਮੈਨੂੰ ਮਿਲ ਜਾਣ। ਕਬਹੂ ਜੀੜਾ ਊਬ ਚੜ੍ਹਤ ਹੈ, ਕਬਹੂ ਜਾਏ ਪਿਆਲੇ। ਪਿਆਲੇ ਤੋਂ ਭਾਵ ਪਾਤਾਲ, ਪਤਾਲਾਂ ਵਿੱਚ ਮਨ ਚਲੇ ਜਾਂਦਾ ਵੀ ਪਤਾਲ ਦੇ ਜਿਹੜੇ ਖਜ਼ਾਨੇ ਨੇ ਉਹ ਮੈਨੂੰ ਮਿਲਣੇ ਚਾਹੀਦੇ। ਮਨ ਟਿਕਦਾ ਨਹੀਂ ਹੈ। ਇੱਕ ਖਜ਼ਾਨਾ ਮਿਲਿਆ ਫਿਰ ਵੀ ਮਨ ਰੱਜਿਆ ਨਹੀਂ, ਮਨ ਫਿਰ ਵੀ ਦੌੜਦਾ। ਇੱਕ ਸਾਖੀ ਵਿਦਵਾਨਾਂ ਨੇ ਲਿਖੀ ਹੈ, ਕਹਿਣ ਲੱਗੇ ਇੱਕ ਵਿਅਕਤੀ ਨੂੰ ਕਿਸੇ ਸਾਧੂ ਨੇ 4 ਮੋਮਬੱਤੀਆਂ ਦੇ ਦਿੱਤੀਆਂ। 4 ਮੋਮਬੱਤੀਆਂ ਦੇ ਕੇ ਆਖਿਆ ਇੱਕ ਮੋਮਬੱਤੀ ਜੁਗਾ ਕੇ ਚੜ੍ਹਦੇ ਨੂੰ ਜਾਵੇਂਗਾ, ਜਿੱਥੇ ਮੋਮਬੱਤੀ ਬੁੱਝ ਜਾਵੇ ਉੱਥੇ ਧਰਤੀ ਪੱਟੇਗਾ, ਤੈਨੂੰ ਖਜ਼ਾਨਾ ਮਿਲੇਗਾ। ਦੂਜੀ ਮੋਮਬੱਤੀ ਜਗਾ ਕੇ ਦੂਜੇ ਪਾਸੇ ਜਾਣਾ, ਤੀਜੀ ਜਗਾ ਕੇ ਤੀਜੇ ਪਾਸੇ ਜਾਣਾ, ਪਰ ਚੌਥੀ ਮੋਮਬੱਤੀ ਬਿਲਕੁਲ ਨਾ ਜਗਾਈ ਅਤੇ ਨਾ ਹੀ ਉੱਧਰ ਨੂੰ ਜਾਈ। ਹੁਣ ਲੋਭੀ ਹੈ, ਮਨ ਬੰਦੇ ਦਾ ਟਿਕਦਾ ਨਹੀਂ ਹੈ, ਮਨ ਬੰਦੇ ਦਾ ਭਰਦਾ ਨਹੀਂ। ਇਸ ਲੋਭੀ ਵਿਅਕਤੀ ਨੇ ਉਸ ਮੋਮਬੱਤੀ ਨੂੰ ਜਗਾਇਆ ਅਤੇ ਚੜ੍ਹਦੇ ਵੱਲ ਨੂੰ ਹੋ ਤੁਰਿਆ। ਅਤੇ ਜਿੱਥੇ ਉਹ ਮੋਮਬੱਤੀ ਬੁੱਝ ਗਈ, ਟੋਇਆ ਪੱਟਿਆ, ਕਹਿਣ ਲੱਗੇ ਥੱਲਿਓਂ ਇਸ ਨੂੰ ਚਾਂਦੀ ਦੇ ਰੁਪਈਏ ਪ੍ਰਾਪਤ ਹੋਏ, ਬੜਾ ਵੱਡਾ ਖਜ਼ਾਨਾ ਮਿਲਿਆ, ਬੜਾ ਖੁਸ਼ ਹੋਇਆ। ਕਹਿਣ ਲੱਗਾ ਮੈਂ ਤਾਂ ਗਰੀਬ ਤੋਂ ਅਮੀਰ ਹੋ ਗਿਆ, ਮੈਂ ਤਾਂ ਧਨਾੜ ਬਣ ਗਿਆ। ਮਾਇਆ ਚੁੱਕੀ ਨਹੀਂ, ਨਿਸ਼ਾਨੀ ਲਾ ਕੇ ਉੱਥੇ ਫਿਰ ਰੱਖ ਦਿੱਤੀ। ਕੋਈ ਨਹੀਂ, ਬਾਅਦ ਵਿੱਚ ਚੁੱਕਾਂਗੇ, ਟਾਈਮ ਕੱਢ ਕੇ, ਸਮਾਂ ਕੱਢ ਕੇ ਇਸ ਨੂੰ ਲੈ ਕੇ ਜਾਵਾਂਗਾ। ਇਹ ਹੁਣ ਮੇਰੀ ਹੈ, ਮੇਰੇ ਬਿਨਾਂ ਕਿਹੜਾ ਕਿਸੇ ਨੂੰ ਪਤਾ। ਉਸ ਨੂੰ ਨਿਸ਼ਾਨੀ ਲਾ ਕੇ ਉੱਥੇ ਹੀ ਦੱਬ ਦਿੱਤਾ। ਘਰੇ ਆਇਆ, ਮਨ ਵਿੱਚ ਸੋਚਦਾ ਮੋਮਬੱਤੀਆਂ ਤੇ 3 ਬਾਕੀ ਨੇ। ਪਰ ਫਿਰ ਉਸ ਸਾਧੂ ਦਾ ਬਚਨ ਵੀ ਚੇਤੇ ਆ ਗਿਆ ਵੀ ਇੱਕ ਤੋਂ ਬਾਅਦ ਵਿੱਚ ਦੂਜੀ ਨਾ ਜਗਾਈ। ਪਰ ਮਨ ਕਿੱਥੇ ਖਲੋਂਦਾ। ਮਨ ਨੇ ਆਖਿਆ ਨਹੀਂ, ਜਗਾ ਕੇ ਵੇਖ ਤੇ ਸਹੀ ਕੀ ਹੁੰਦਾ। ਦੂਜੀ ਜਗਾਈ, ਦੂਜੀ ਦਿਸ਼ਾ ਨੂੰ ਚੱਲ ਪਿਆ, ਉੱਤਰ ਨੂੰ ਚੱਲ ਪਿਆ। ਜਿੱਥੇ ਮੋਮਬੱਤੀ ਬੁੱਝ ਜਾਂਦੀ ਹੈ, ਟੋਇਆ ਪੱਟਦਾ। ਕਹਿਣ ਲੱਗੇ ਥੱਲਿਓ ਸੋਨੇ ਦਾ ਖਜ਼ਾਨਾ ਮਿਲਿਆ। ਬੜਾ ਹੈਰਾਨ ਹੋਇਆ, ਕਹਿਣ ਲੱਗਾ ਮੈਂ ਤਾਂ ਇਕੱਲੇ ਚਾਂਦੀ ਦੇ ਰੁਪਈਏ ਵੇਖ ਕੇ ਖੁਸ਼ ਹੋਈ ਜਾਂਦਾ, ਚਾਂਦੀ ਵੇਖ ਕੇ ਖੁਸ਼ ਹੋਈ ਜਾਂਦਾ। ਜੇ ਮੈਂ ਆ ਦੂਜੀ ਮੋਮਬੱਤੀ ਨਾ ਜਗਾਉਂਦਾ, ਨਾ ਇੱਥੇ ਆਉਂਦਾ, ਤਾਂ ਸੋਨੇ ਦਾ ਖਜ਼ਾਨਾ ਮੈਨੂੰ ਕਿਵੇਂ ਮਿਲਦਾ। ਪਰ ਸੋਨਾ ਵੀ ਚੁੱਕਿਆ ਨਹੀਂ, ਉੱਥੇ ਵੀ ਨਿਸ਼ਾਨੀ ਲਾਈ, ਫਿਰ ਉਸ ਨੂੰ ਉੱਥੇ ਰੱਖ ਦਿੱਤਾ। ਇਹਨੂੰ ਬਾਅਦ ਵਿੱਚ ਲੈ ਕੇ ਜਾਵਾਂਗਾ। ਆਪਣੇ ਘਰ ਆ ਗਿਆ,
पर घर आके मन नहीं खलोता। मन ने आख्या दो हाले भी बाकी ने, तो बचन भी चेते आउंदा साधु का भी दूजी तो तीजी ना जगाई। पर मन के लोभ ने आख्या कोई गल नहीं, जगा वेखीए तो सही की हुंदा। तीजी जगाई तो दखण वल नूं चल पिया। कहन लगे जिथे मोमबत्ती बुझ आया करे टोया पटे, इथों हीरियां दा वड्डा खजाना मिलिया। हीरे मिल गए बड़े दुर्लभ बड़े महंगे। हुण खुशी का टिकाणा ही कोई नहीं है। कहन लगा पहला चांदी हुण सोना बाद विच हीरे। महात्मा तो कहिंदे सन भी एक तो बाद दूजी ना जगा बैठी। मैं तो वारी वारी तिन्ने जगाइयां ते मैनू तो इन्ना कुछ मिलिया, हीरियां दा खजाना मिल गया। मैं तो दुनिया का बेताज बादशाह बन गया। मैं तो एडा वड्डा अमीर हो गया भी दुनिया का अमीर आदमी मेरे सामने कुछ नहीं है। हीरे भी चुके नहीं, उत्थे ही रख दिते, निशानी ला दी। घरे आ गया, मन में सोचता तीन मोमबत्तियां जगाइयां, तीन खजाने मिले, चौथी मेरे कोल है। पर महात्मा ने विशेष करके आख्या सी भी चौथी नहीं जगाउणी। मन ने आवाज़ दी, महात्मा ने तो यह आख्या सी भी पहली तो बाद दूजी भी नहीं जगाउणी। मैं दूजी भी जगाई है, तीजी भी जगाई है। पहला चांदी, फिर सोना, फिर हीरे मिले, चौथी जगावांगा पता नहीं की मिलेगा। मन की लालसा वध गई ना, लालच वध गया। मन दौड़दा है लालच वाले पासे, होर मिल जाए, होर मिल जाए, होर मिल जाए। लोभी जियड़ा थिर ना रहत है, चारे कुंडा भालै। लोभी मन कदे खलोंदा नहीं। हुण चौथी भी जगाउण दा टाइम आ गया। कहन लगा जगा के ते वेखांगे भी उत्थों की मिलदा। चौथी मोमबत्ती जगाई, फिर चलिया, चौथी दिशा नूं चल पिया। ते जिथे जाके बुझ गई ना, टोया पटिया, ते थोड़ा टोया पटिया ते थल्ले पौड़ियां जांदियां दिसियां। कहन लगा अगे तो खजाने मिले ने, हुण मैनूं लगदा भी थल्ले कोई महल ही होवेगा जिहड़ा धन दा भरिया होवेगा। इत्थों मैनूं अमीरता ही मिलेगी, इत्थों मैं ज़्यादा अमीर होवांगा। पहलां तो खजाने मिलते रहे, हुण तो मैनूं रस्ता मिल गया महल वे जाण दा, ते महल तो भरिया होवेगा। जदों पौड़ियां उतर के थल्ले गया तो एक थल्ले व्यक्ति शतीर नूं हथ पा के, शतीर नूं चुक के, वड्डे थंम नूं चुक के अपने सिर ते खलोता होया। ते शरीर उहदा भुख दे नाल बिल्कुल पिंजर ही रह गया। शरीर उहदा बिल्कुल खत्म हो चुकिया। इधर उधर वेखण तो बाद विच उस नूं पुछया, कहन लगा इत्थे कोई खजाना है? तैनूं पता होवेगा, तू इत्थे खलोता इस शतीर नूं, इस थंम नूं चुक के खलोता, दस कोई इत्थे खजाना है? मैं खजाना लैण वास्ते आया। तो वो जिहड़ा थंब नूं चुक के खलोता सी ना, उन्हें इशारा किया, कहन लगा दसांगा तो मैं तां, पहला इनू आके चुक मेरी थां ते, मैनू इहदे थल्लियों वेला कर, फिर मैं तैनूं दसदा भी खजाना कित्थे है। भज के दौड़ के चढ़िया, उहदी थां ते अपना मोढा दिता, अपना सिर दिता ते उहनूं वेला किया। ते जदों थल्ले उतरिया ना पौड़ियां तो, फिर उसनूं पुछण लगा, कहंदा मैनूं थंम ते चुका दिता, खजाना ते दसिया नहीं। तो उस वेले व्यक्ति ने जवाब दिता, कहन लगा जिहड़ियां मोमबत्तियां लैके तू खजाने लभदा रहा, तेरे वांग मैं भी इस तरह ही खजाने लभे सन, ते तेरे वांग मैं भी नहीं रजिया। मैं इत्थे पहुँचिया, मेरे तो पहला भी कोई इत्थे फसिया सी, उहनूं मैं कढ़िया आ के, क्योंकि जे थंम नूं छड्डांगे तो सारा महल ही डिग पवेगा, महल डिगेगा तो जिहड़ा चुक के खलोता वो थल्ले मर जाएगा। इस करके जे जिंदगी बचाउणी है तो इस थंम नूं छड्डी ना, तां ये महल खलोता, तां तू बचिया। जदों ये गल सुनी तो बड़ा हैरान हो के कहन लगा, कहंदा फिर मैनूं इथों कढ़ेगा कौन? तो व्यक्ति ने आख्या, कहंदा जिवें तू मैनूं कढ़िया ना, इवें कोई तैनूं कढ़न वाला तेरे तो वड्डा भी कोई लालची आवेगा, तू तां इथों निकलेगा। सतगुरु पातशाह कहन लगे, कबहूँ जियड़ा ऊब चढ़त है, कबहूँ जाए प्याले। कदे ये मन दौड़ के आकाश नूं जांदा, स्वर्गां नूं जांदा, स्वर्गां दे सुख मिल जान, पदार्थ मिल जान। कदे ये मन दौड़ के पताल नूं जांदा भी धरती दे विचों खजाने मिल जान,
ਪਰ ਲੋਭੀ ਜਿਹੜਾ ਥਿਰ ਨਾ ਰਹਿਤ ਹੈ। ਇਹ ਮਨ ਇੰਨਾ ਲੋਭੀ ਹੈ ਤੇ ਇੰਨਾ ਦੌੜਦਾ ਵੀ ਇੱਕ ਖਜ਼ਾਨੇ ਤੇ ਇਸ ਨੂੰ ਸਵਾਦ ਨਹੀਂ ਆਇਆ, ਰੱਜ ਨਹੀਂ ਆਇਆ। ਦੂਜੇ ਖਜ਼ਾਨੇ ਨੂੰ ਦੌੜਿਆ, ਉੱਥੇ ਵੀ ਰੱਜ ਨਹੀਂ ਆਇਆ। ਤੀਜੇ ਨੂੰ ਦੌੜਿਆ, ਫਿਰ ਵੀ ਰੱਜ ਨਹੀਂ ਆਇਆ। ਫਿਰ ਫਸ ਹੀ ਗਿਆ ਮੁਸੀਬਤ ਦੇ ਵਿੱਚ। ਲੋਭੀ ਜਿਹੜਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾਂ ਭਾਲੇ। ਚਾਰ ਦਿਸ਼ਾਵਾਂ ਦੇ ਵਿੱਚ ਦੌੜਿਆ ਫਿਰਦਾ, ਚੜ੍ਹਦੇ ਨੂੰ, ਲਹਿੰਦੇ ਨੂੰ, ਇਸ ਦੇਸ਼ ਨੂੰ ਜਾਵਾਂ, ਉਸ ਦੇਸ਼ ਨੂੰ ਜਾਵਾਂ। ਇੱਥੋਂ ਦੀ ਕਰੰਸੀ ਛੋਟੀ ਹੈ, ਉੱਥੋਂ ਦੀ ਕਰੰਸੀ ਡਾਲਰ ਵੱਡਾ ਹੈ, ਉੱਥੋਂ ਦਾ ਪੌਂਡ ਵੱਡਾ ਹੈ, ਉੱਥੋਂ ਦਾ ਦਿਨਾਰ ਵੱਡਾ ਹੈ। ਦੌੜਦਾ ਸਾਰੀਆਂ ਦਿਸ਼ਾਵਾਂ ਦੇ ਵੱਲ, ਜਿੱਥੇ ਵੱਡਾ, ਜਿੱਥੇ ਬਹੁਤਾ, ਮੈਨੂੰ ਬਹੁਤਾ ਮਿਲੇ। ਪਰ ਮਹਾਰਾਜ ਕਹਿਣ ਲੱਗੇ ਦੌੜ ਕੇ ਭੱਜ ਤੇ ਗਿਆ, ਪਹੁੰਚ ਤੇ ਗਿਆ, ਪਰ ਮਨ ਤੇ ਉੱਥੇ ਵੀ ਜਾ ਕੇ ਨਹੀਂ ਟਿਕਿਆ। ਤੁਸੀਂ ਜਾ ਕੇ ਵੇਖੋ ਨਾ ਵਿਦੇਸ਼ ਦੇ ਵਿੱਚ, ਉਹਨਾਂ ਲੋਕਾਂ ਨੂੰ ਮਿਲ ਕੇ ਵੇਖੋ, ਮਨ ਤੇ ਉਹਨਾਂ ਦੇ ਨੂੰ ਵੀ ਚੈਨ ਨਹੀਂ ਹੈ। ਦੌੜ ਤੇ ਉਹਨਾਂ ਨੂੰ ਵੀ ਲੱਗੀ ਹੋਈ ਹੈ, ਭੱਜ ਨੱਠ ਤੇ ਉਹਨੂੰ ਵੀ ਪਈ ਹੋਈ ਹੈ, ਸਕੂਨ ਤੇ ਉਹਨਾਂ ਨੂੰ ਵੀ ਮਿਲਿਆ ਨਹੀਂ, ਸ਼ਾਂਤੀ ਤੇ ਉਹਨਾਂ ਦੇ ਕੋਲ ਵੀ ਨਹੀਂ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਇਹ ਮਨੁਆ ਦਹਿ ਦਿਸ ਧਾਵਦਾ। ਇਹ ਜਿਹੜਾ ਮਨ ਹੈ, ਮਨਮੁਖ ਬੰਦੇ ਦਾ, ਇਹ ਦੌੜਿਆ ਹੀ ਫਿਰਦਾ, ਦੌੜਿਆ ਹੀ ਫਿਰਦਾ। ਕਾਹਦੇ ਵਾਸਤੇ ਦੌੜਿਆ ਫਿਰਦਾ? ਕਿਉਂਕਿ ਇਹ ਮਨ ਲੋਭੀ ਹੈ, ਰੱਜਦਾ ਨਹੀਂ। ਤੇ ਲੋਭੀ ਦੀ ਸਾਖੀ ਆਪਾਂ ਸਰਵਨ ਕਰ ਲਈ ਹੈ ਵੀ ਜਿਹਨੇ ਲੋਭ ਕੀਤਾ ਉਹਦਾ ਕੀ ਹਾਲ ਹੋਇਆ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਉਹ ਕੈਸੇ, ਜਿਸ ਬੰਦੇ ਦਾ ਮਨ ਦੌੜਿਆ ਫਿਰਦਾ, ਉਹ ਫਿਰ ਕਿਸ ਤਰ੍ਹਾਂ ਹਰੀ ਦੇ ਗੁਣ ਗਾ ਸਕਦਾ? ਰੱਬ ਦੇ ਗੁਣ ਨਹੀਂ ਗਾਏ ਜਾਣਗੇ। ਇਹ ਸਵਾਲ ਹੈ, ਇਹ ਸਾਡਾ ਪ੍ਰਸ਼ਨ ਹੈ। ਕੀ ਹੈ? ਜਿਹੜਾ ਬੰਦਾ ਮਨਮੁਖ ਹੈ ਨਾ, ਮਨਮੁਖ ਬੰਦਾ ਕਦੇ ਵੀ ਰੱਬ ਦੇ ਗੁਣ ਨਹੀਂ ਗਾ ਸਕਦਾ, ਕਿਉਂਕਿ ਉਹਦੇ ਮਨ ਦੇ ਵਿੱਚ ਪਦਾਰਥਾਂ ਦੀ ਲਾਲਸਾ ਹੈ। ਪਦਾਰਥ ਮੰਗਣ ਵਾਲਾ ਪਦਾਰਥ ਮਨ ਮੰਗ ਸਕਦਾ, ਪਰ ਪਦਾਰਥ ਦੇਣ ਵਾਲੇ ਨੂੰ ਨਹੀਂ ਮੰਗ ਸਕਦਾ। ਤੇ ਸਤਿਗੁਰੂ ਪਾਤਸ਼ਾਹ ਫਰਮਾਉਂਦੇ, ਕਹਿਣ ਲੱਗੇ ਉਹ ਕੈਸੇ ਹਰ ਗੁਣ ਗਾਵੇ। ਤੁਸੀਂ ਦੱਸੋ ਭਾਈ, ਮਨਮੁਖ ਬੰਦਾ ਕਿਵੇਂ ਰੱਬ ਦੇ ਗੁਣ ਗਾਏਗਾ? ਗਾਏ ਹੀ ਨਹੀਂ ਜਾਣੇ, ਕਿਉਂਕਿ ਉਹਨੂੰ ਲੱਗਦੀ ਪਦਾਰਥ ਚੰਗੇ ਨੇ, ਉਹਨੂੰ ਲੱਗਦੀ ਦੁਨੀਆ ਚੰਗੀ ਹੈ, ਉਹਨੂੰ ਲੱਗਦੀ ਵਸਤੂ ਚੰਗੀ ਹੈ। ਤੇ ਜਿਹਨੂੰ ਵਸਤੂਆਂ ਚੰਗੀਆਂ ਲੱਗਦੀਆਂ, ਉਹਨਾਂ ਨੂੰ ਵਸਤੂ ਦੇਣ ਵਾਲਾ ਨਹੀਂ। ਦਾਤ ਪਿਆਰੀ ਵਿਸਰਿਆ ਦਾਤਾਰਾ। ਦਾਤਾਂ ਦੇਣ ਵਾਲਾ ਭੁੱਲਿਆ ਹੋਇਆ, ਉਹ ਨਹੀਂ ਚੇਤੇ ਬਿਲਕੁਲ ਵੀ। ਪਰ ਜਿਹੜੀ ਦਾਤ ਉਹ ਦਿੰਦਾ, ਉਹ ਬੜੀ ਚੰਗੀ ਲੱਗਦੀ ਹੈ। ਪਦਾਰਥ ਦਿੱਤੇ ਤੇ ਰੱਬ ਬੜਾ ਚੰਗਾ। ਜੇ ਸਾਨੂੰ ਕੋਈ ਰੱਬ ਖੁਸ਼ਖਬਰੀ ਦੇ ਦੇਵੇ ਨਾ, ਨੌਕਰੀ ਦੇ ਦੇਵੇ, ਪਦਾਰਥ ਦੇ ਦੇਵੇ, ਘਰ ਦੇ ਦੇਵੇ, ਅਸੀਂ ਆਖਦੇ ਰੱਬ ਤੇ ਬੜਾ ਚੰਗਾ, ਪਰਮੇਸ਼ਰ ਤੇ ਬੜਾ ਦਿਆਲੂ ਹੈ, ਪਰਮੇਸ਼ਰ ਦੀ ਬੜੀ ਮਿਹਰ ਹੈ। ਫਿਰ ਅਸੀਂ ਖੁਸ਼ੀ ਖੁਸ਼ੀ ਆਉਂਦੇ ਆ ਗੁਰੂ ਦੇ ਦਰ 'ਤੇ, ਨਮਸਕਾਰਾਂ ਵੀ ਕਰਦੇ, ਲੰਗਰ ਵੀ ਕਰਦੇ, ਦਾਨ ਪੁੰਨ ਵੀ ਕਰਦੇ, ਕਿਉਂਕਿ ਮਿਲਿਆ। ਤੇ ਜੇ ਕਿਤੇ ਮੰਗਿਆ ਨਾ ਮਿਲਿਆ, ਉਹੀ ਰੱਬ ਹੈ, ਉਹੀ ਪਰਮੇਸ਼ਰ ਹੈ, ਫਿਰ ਸਾਡੇ ਕੋਲ ਖੁਸ਼ੀ ਨਹੀਂ ਹੈ, ਫਿਰ ਸਾਡੇ ਕੋਲ ਕੋਈ ਲੰਗਰ ਨਹੀਂ ਹੈ, ਫਿਰ ਸਾਡੇ ਕੋਲ ਕੋਈ ਭਾਵਨਾ ਨਹੀਂ ਹੈ। ਇੱਥੋਂ ਤੱਕ ਕਿ ਲੋਕ ਰੱਬ ਨੂੰ ਮਾੜਾ ਕਹਿੰਦੇ ਵੀ ਸੁਣੇ ਜਾਂਦੇ, ਰੱਬ ਨੇ ਮੈਨੂੰ ਕੀ ਦਿੱਤਾ ਹੈ। ਸਾਡਾ ਪਰਮੇਸ਼ਰ ਨਾਲ ਪਿਆਰ ਇੰਨਾ ਕੋਈ ਹੈ ਵੀ ਜੇ ਤੇ ਉਹ ਪਦਾਰਥ ਦਿੰਦਾ ਪਿਆ ਫਿਰ ਤੇ ਬੜਾ ਚੰਗਾ, ਜੇ ਉਹਨੇ ਨਹੀਂ ਦਿੱਤਾ ਤੇ ਉਹ ਬੜਾ ਮਾੜਾ। ਇਹ ਸਾਡਾ ਸੁਭਾਅ ਬਣਿਆ, ਕਿਉਂਕਿ ਅਸੀਂ ਦੁਨੀਆ ਵਿੱਚ ਰਹਿੰਦੇ ਹਾਂ ਨਾ, ਦੁਨੀਆ ਵਿੱਚ ਵੀ ਸਾਡਾ ਇਹੀ ਸੁਭਾਅ ਹੈ। ਜਿਹੜਾ ਤੇ ਰਿਸ਼ਤੇਦਾਰ ਅੱਜ ਸਾਨੂੰ ਦਿੰਦਾ ਉਹ ਤੇ ਸਾਨੂੰ ਬੜਾ ਚੰਗਾ ਲੱਗਦਾ, ਪਰ ਜਿੱਦਣ ਸਾਡੀ ਦੇਣ ਦੀ ਵਾਰੀ ਆ ਗਈ ਨਾ, ਅਸੀਂ ਉਦੋਂ ਹੀ ਉਹਦੇ ਨਾਲ ਝਗੜਾ ਕਰਾਂਗੇ, ਪਿੱਛੇ ਹਟ ਜਾਵਾਂਗੇ, ਨਹੀਂ ਚੰਗਾ ਸਮਝਾਂਗੇ। ਦਈ ਜਾਵੇ ਤੇ ਠੀਕ ਹੈ, ਜਦੋਂ ਆਪ ਦੇਣਾ ਪਿਆ ਉਦੋਂ ਗਲਤ ਹੈ। ਇਸੇ ਤਰ੍ਹਾਂ ਅਸੀਂ ਪਰਮੇਸ਼ਰ ਦੇ ਨਾਲ ਵੀ ਕਰਦੇ ਹਾਂ। ਜੇ ਤੇ ਪਰਮੇਸ਼ਰ ਦੇ ਰਿਹਾ ਤੇ ਉਹ ਬੜਾ ਚੰਗਾ ਹੈ, ਬੜਾ ਦਿਆਲੂ ਹੈ, ਬੜਾ ਕਿਰਪਾਲੂ ਹੈ। ਤੇ ਜੇ ਉਹਨੂੰ ਨਹੀਂ ਦਿੱਤਾ ਸਾਡੀ ਕੋਈ ਮੰਗੀ ਹੋਈ ਵਸਤੂ, ਤੇ ਫਿਰ ਅਸੀਂ ਆਖਣਾ ਵੀ ਉਹ ਤੇ ਮੇਰੀ ਸੁਣਦਾ ਹੀ ਨਹੀਂ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਕਿ ਜਿੰਨਾ ਚਿਰ ਉਹ ਦਿੰਦਾ ਉਹਨਾਂ ਚਿਰ ਤੇ ਲੱਗਦਾ ਚੰਗਾ, ਪਰ ਜਦੋਂ ਨਹੀਂ ਦਿੰਦਾ ਉਦੋਂ ਲੱਗਦਾ ਮਾੜਾ। ਪਰ ਗੁਰਮੁਖਾਂ ਦੀ ਅਵਸਥਾ ਇਹ ਨਹੀਂ ਹੈ। ਗੁਰਮੁਖਾਂ ਦੀ ਅਵਸਥਾ ਇਹ ਹੈ, ਜੇ ਸੁਖ ਦੇਹ ਤਾਂ ਤੁਝੈ ਅਰਾਧੀ, ਦੁੱਖ ਭੀ ਤੁਝੈ ਧਿਆਈ। ਇਹ ਹੈ ਗੁਰਮੁਖਾਂ ਦੀ ਅਵਸਥਾ। ਪਰਮੇਸ਼ਰ ਜੇ ਸੁਖ ਦਿੱਤਾ ਤੇ ਮੈਂ ਤੈਨੂੰ ਯਾਦ ਕਰਦਾ, ਤੇ ਜੇ ਮੈਨੂੰ ਦੁੱਖ ਆ ਗਿਆ ਤੇ ਮੈਂ ਤਾਂ ਵੀ ਤੈਨੂੰ ਯਾਦ ਕਰਦਾ। ਮਹਾਰਾਜ ਦਾ ਬਚਨ ਆਪਾਂ ਪੜ੍ਹਦੇ ਹਾਂ ਅੰਮ੍ਰਿਤ ਵੇਲੇ ਜਪਜੀ ਸਾਹਿਬ ਦੀ ਬਾਣੀ ਵਿੱਚ
ਕੇਤਿਆ ਦੁਖ ਭੂਖ ਸਦ ਮਾਰ, ਇਹ ਭੇ ਦਾਤ ਤੇਰੀ ਦਾਤਾਰ। ਜਿਨ੍ਹਾਂ ਦੇ ਉੱਪਰ ਦੁੱਖ ਦੀ ਮਾਰ ਪੈ ਰਹੀ ਹੈ ਨਾ, ਜਾਂ ਭੁੱਖ ਦੀ ਮਾਰ ਪੈ ਰਹੀ ਹੈ, ਉਹ ਵੀ ਹੱਥ ਜੋੜ ਕੇ ਆਖਦੇ ਪਰਮਾਤਮਾ ਇਹ ਵੀ ਤੇਰੀ ਇੱਕ ਦਾਤ ਹੈ ਜੋ ਤੂੰ ਸਾਨੂੰ ਦਿੱਤੀ ਹੈ, ਅਸੀਂ ਖਿੜੇ ਮੱਥੇ ਪ੍ਰਵਾਨ ਕਰਦੇ ਹਾਂ। ਦੁੱਖ ਨੂੰ ਵੀ ਔਰ ਭੁੱਖ ਨੂੰ ਵੀ ਪ੍ਰਵਾਨ ਕਰਦੇ ਹਾਂ। ਤੇ ਮਹਾਤਮਾ ਵੇਖੇ ਨਾ ਗੁਰਮੁਖ ਨਾਮ ਜਪਣ ਵਾਲੇ, ਕਈ ਵਾਰੀ ਬੜਾ ਬੜਾ ਸਰੀਰ ਤੇ ਰੋਗ ਆ ਜਾਂਦਾ, ਕਸ਼ਟ ਆ ਜਾਂਦਾ, ਨਹੀਂ ਪ੍ਰਵਾਹ ਕਰਦੇ, ਕੋਈ ਨਹੀਂ ਇਹ ਵੀ ਪਰਮੇਸ਼ਰ ਦਾ ਹੀ ਦਿੱਤਾ ਹੋਇਆ। ਮੇਰਾ ਕਰਮ ਕੋਈ ਇਹੋ ਜਿਹਾ ਜਿਹੜਾ ਪਰਮੇਸ਼ਰ ਨੇ ਮੈਨੂੰ ਇੱਥੇ ਭੁਗਤਾ ਦਿੱਤਾ, ਸਗੋਂ ਸ਼ੁਕਰ ਕਰਦੇ ਨੇ। ਸਾਡੇ ਤੇ ਕਸ਼ਟ ਆ ਜਾਵੇ ਅਸੀਂ ਦੁਖੀ ਹੋ ਜਾਂਦੇ ਹਾਂ, ਰੱਬ ਦੇ ਪਿਆਰੇ ਤੇ ਕਸ਼ਟ ਆ ਗਿਆ ਤਾਂ ਉਹ ਸ਼ੁਕਰ ਕਰਦਾ ਵੀ ਰੱਬਾ ਸ਼ੁਕਰ ਹੈ ਮੇਰਾ ਕੋਈ ਕਰਮ ਹੈ ਜਿਹੜਾ ਤੂੰ ਇੱਥੇ ਨਿਬੇੜ ਦਿੱਤਾ, ਖਤਮ ਕਰ ਦਿੱਤਾ। ਇਹ ਹੈ ਗੁਰਮੁਖਾਂ ਦੀ ਨਿਸ਼ਾਨੀ। ਦੁੱਖ ਆ ਗਿਆ ਤਾਂ ਵੀ ਉਹਦਾ ਸ਼ੁਕਰਾਨਾ, ਭੁੱਖ ਆ ਗਈ ਹੈ ਤਾਂ ਵੀ ਉਹਦਾ ਸ਼ੁਕਰਾਨਾ, ਇਹ ਗੁਰਮੁਖਾਂ ਦੀ ਨਿਸ਼ਾਨੀ। ਪਰ ਦੂਜੇ ਪਾਸੇ ਮਨਮੁਖਾਂ ਦਾ ਹਾਲ ਆਪਾਂ ਕਥਨ ਕਰਦੇ ਪਏ ਹਾਂ। ਮਨਮੁਖਾਂ ਨੂੰ ਪਦਾਰਥ ਮਿਲਦੇ ਰਹਿਣ ਤੇ ਪਰਮੇਸ਼ਰ ਚੰਗਾ ਹੈ, ਜੇ ਕੋਈ ਇੱਕ ਚੀਜ਼ ਮੰਗਿਆ ਨਾ ਮਿਲੀ ਤੇ ਪਰਮੇਸ਼ਰ ਬਹੁਤ ਮਾੜਾ ਹੈ। 10 ਵਸਤੂ ਲੈ ਪਾਛੈ ਪਾਵੈ, ਏਕ ਵਸਤ ਕਾਰਨ ਬਿਖੋਟ ਗਵਾਵੈ। ਮੰਗਦਾ ਪਿਆ ਇਹ ਵੀ ਮਿਲੇ ਮਿਲ ਗਿਆ, ਆ ਵੀ ਮਿਲੇ ਮਿਲ ਗਿਆ। 10 ਵਸਤੂਆਂ ਮੰਗੀਆਂ, 10 ਦੀਆਂ 10 ਮਿਲ ਗਈਆਂ। ਇਹ ਤੇ ਕੇਵਲ ਗਿਣਤੀ ਹੈ, ਪਰ ਪਰਮੇਸ਼ਰ ਜਿੰਨਾ ਸਾਨੂੰ ਦਿੰਦਾ ਉਹ ਗਿਣਤੀ ਵਿੱਚ ਆਉਂਦਾ ਹੀ ਨਹੀਂ ਹੈ, ਕਿੰਨਾ ਕੁ ਦਈ ਜਾ ਰਿਹਾ। ਪਰ ਜਦੋਂ ਅਸੀਂ 11ਵੀਂ ਵਸਤੂ ਮੰਗੀ ਨਾ ਤੇ ਪਰਮੇਸ਼ਰ ਨੇ ਆਖਿਆ ਨਹੀਂ, ਇਹ ਤੇਰੇ ਵਾਸਤੇ ਠੀਕ ਨਹੀਂ ਹੈ, ਕਿਉਂਕਿ ਉਹ ਜਾਣਦਾ ਵੀ ਮੈਨੂੰ ਕੀ ਚਾਹੀਦਾ। ਤੇ ਜਦੋਂ 11ਵੀਂ ਵਸਤੂ ਵਾਰੀ ਨਾ ਕੀਤੀ ਤੇ ਅਸੀਂ ਆਖਿਆ ਹੂੰ ਰੱਬ ਤੇ ਹੈ ਹੀ ਕੁਝ ਨਹੀਂ, ਉਹਨੇ ਤੇ ਦਿੱਤਾ ਹੀ ਕੁਝ ਨਹੀਂ ਹੈ। ਪਿਛਲੀਆਂ 10 ਭੁੱਲ ਗਈਆਂ, 11ਵੀਂ ਨਹੀਂ ਮਿਲੀ ਤੇ ਨਾਰਾਜ਼ਗੀ ਹੋ ਗਈ ਹੈ। ਤੇ ਮਹਾਰਾਜ ਕਹਿਣ ਲੱਗੇ ਏਕ ਭੀ ਨਾ ਦੇ, ਜਿਹੜੀ ਹੁਣ ਤੂੰ ਇੱਕ ਮੰਗੀ ਹੈ, 11ਵੀਂ ਚੀਜ਼ ਹੁਣ ਮੰਗੀ ਹੈ, 10 ਤੇ ਪਹਿਲਾਂ ਮੰਗ ਕੇ ਰੱਖ ਲਈਆਂ ਕੋਲ, ਹੁਣ 11ਵੀਂ ਮੰਗੀ ਹੈ, ਰੱਬ ਉਹ ਵੀ ਨਾ ਦੇਵੇ, ਪਰਮੇਸ਼ਰ ਨਾ ਦੇਵੇ ਵੀ ਨਹੀਂ ਦਿੰਦਾ। ਤੇ 10 ਭੀ ਹਿਰ ਲੈ, ਜਿਹੜੀਆਂ ਪਹਿਲਾਂ ਤੈਨੂੰ 10 ਦਿੱਤੀਆਂ ਉਹ ਵੀ ਖੋਹ ਲਵੇ ਵੀ ਲਿਆ ਵਾਪਸ ਕਰ ਮੇਰੀਆਂ, ਮੈਂ ਤੈਨੂੰ ਨਹੀਂ ਕੁਝ ਦਿੰਦਾ ਤੇ ਨਾ ਸਹੀ। 11ਵੀਂ ਮੰਗਿਆ ਮਿਲੀ ਨਹੀਂ ਹੈ, ਪਿਛਲੀਆਂ 10 ਉਹਨੇ ਵਾਪਸ ਕਰਾ ਲਈਆਂ ਨੇ। ਤੋ ਮੂੜਾ ਕਹੋ ਕਹਾਂ ਕਰੇ, ਮੂਰਖਾ ਫਿਰ ਤੂੰ ਕੀ ਕਰੇਂਗਾ। ਆਪਾਂ ਪਰਮੇਸ਼ਰ ਦਾ ਕੀ ਵਿਗਾੜ ਸਕਦੇ ਹਾਂ, ਕੋਈ ਵਿਗਾੜ ਤੇ ਨਹੀਂ ਨਾ ਸਕਦੇ ਜੋ ਲੈ ਲਵੇ ਵਾਪਸ। ਤੇ ਦੁਨੀਆ ਤੇ ਲੂਲੇ ਨੇ, ਲੰਗੜੇ ਨੇ, ਭਿਖਾਰੀ ਨੇ, ਮੰਗਤੇ ਨੇ, ਗਰੀਬ ਨੇ, ਉਹਨਾਂ ਸਾਰਿਆਂ ਨੇ ਮਿਲ ਕੇ ਰੱਬ ਦਾ ਕੀ ਵਿਗਾੜ ਲਿਆ। ਕੁਝ ਵਿਗਾੜ ਤੇ ਨਹੀਂ ਨਾ ਲਿਆ, ਰੱਬ ਤੇ ਉੱਦਾਂ ਦਾ ਉੱਦਾਂ ਹੀ ਹੈ, ਪਰਮੇਸ਼ਰ ਤੇ ਉੱਦਾਂ ਦਾ ਉੱਦਾਂ ਹੀ ਹੈ। ਜਿੱਥੇ ਇੰਨੇ ਭਿਖਾਰੀ, ਇੰਨੇ ਮੰਗਤੇ, ਇੰਨੇ ਲੂਲੇ ਲੰਗੜੇ ਕੁਝ ਨਹੀਂ ਵਿਗਾੜ ਸਕੇ, ਜੇ ਤੂੰ ਵੀ ਉਹਨਾਂ ਵਿੱਚ ਇੱਕ ਰਲ ਜਾਏਗਾ ਤੇ ਤੂੰ ਕੀ ਵਿਗਾੜ ਲਏਗਾ। ਤੋ ਮੂੜਾ ਕਹੋ ਕਹਾਂ ਕਰੇ, ਇਹ ਮੂਰਖਾ ਤੂੰ ਉਹਦਾ ਕੀ ਵਿਗਾੜ ਸਕਦਾ। ਪਰ ਤੂੰ ਇਤਬਾਰ ਆਪਣਾ ਗਵਾ ਲਿਆ। ਮਹਾਰਾਜ ਕਹਿਣ ਲੱਗੇ ਮਨੁਆ ਦਹਿ ਦਿਸ ਧਾਵਦਾ, ਮਨਮੁਖਾਂ ਦਾ ਮਨ ਪਦਾਰਥਾਂ ਵਾਸਤੇ ਭੱਜਾ ਹੀ ਫਿਰਦਾ, ਭੱਜਾ ਹੀ ਫਿਰਦਾ, ਦੌੜਿਆ ਹੀ ਫਿਰਦਾ। ਦੇਸ਼ ਅੰਦਰ ਕੀ, ਵਿਦੇਸ਼ ਅੰਦਰ ਕੀ, ਪਤਾਲ ਵਿੱਚ ਜਾਣਾ ਪਵੇ ਤਾਂ ਕੀ, ਸਮੁੰਦਰਾਂ ਵਿੱਚ ਗੋਤੇ ਲਾਉਣੇ ਪੈਣ ਥੱਲਿਓਂ ਖਜ਼ਾਨਾ ਕੱਢਣ ਵਾਸਤੇ ਤੇ ਤਾਂ ਕੀ। ਤੇ ਜੇ ਸਵਰਗਾਂ ਦੇ ਦੇਵਤਿਆਂ ਨੂੰ ਵੀ ਰੱਧ ਨਾ ਪਵੇ ਨਾ, ਮੰਤਰ ਪੜ੍ਹਨੇ ਪੈਣ, ਆਹੂਤੀਆਂ ਦੇਣੀਆਂ ਪੈਣ, ਜੱਗ ਕਰਨੇ ਪੈਣ ਵੀ ਫਲਾਣਾ ਦੇਵਤਾ ਆ ਕੇ ਮੈਨੂੰ ਕਿਰਤਾਰਥ ਕਰੇਗਾ, ਤਾਂ ਵੀ ਪਿੱਛੇ ਨਹੀਂ ਹਟਦਾ। ਮਹਾਰਾਜ ਨੇ ਗੁਰਬਾਣੀ ਵਿੱਚ ਲਿਖਿਆ, ਦੁਨੀਆ ਦੇ ਲੋਕ ਕੀ ਕਹਿੰਦੇ ਨੇ ਵੀ ਸ਼ਿਵ ਜੀ ਜਿਹੜਾ ਨਾ, ਸ਼ਿਵ ਜੀ ਇੱਕ ਦੇਵਤਾ ਹੈ। ਹਿੰਦੂ ਮਤ ਦੇ ਅਨੁਸਾਰ ਇੱਕ ਵੱਡਾ ਦੇਵਤਾ ਸ਼ਿਵ ਜੀ ਨੂੰ ਮੰਨਿਆ ਜਾਂਦਾ। ਤੇ ਲੋਕ ਕਹਿੰਦੇ ਨੇ ਵੀ ਉਹ ਬੜਾ ਭੋਲਾ ਹੈ, ਉਹਨੂੰ ਦੁਨੀਆਦਾਰੀ ਦਾ ਬਹੁਤਾ ਪਤਾ ਨਹੀਂ, ਉਹਦੇ ਕੋਲ ਚਲਾਕੀ ਨਹੀਂ ਹੈ ਤੇ ਮੇਰੇ ਕੋਲ ਹੈ ਚਲਾਕੀ। ਆਪਾਂ ਆਮ ਹੀ ਕਰਦੇ ਨਾ, ਭੋਲੇ ਬੰਦੇ ਨੂੰ ਵੇਖ ਕੇ ਆਪਣੀ ਚਲਾਕੀ ਨਾਲ ਦਾ ਮਾਰੀਦਾ ਵੀ ਦਾ ਮਾਰ ਕੇ ਲੁੱਟ ਲਈਏ ਦਵਾ ਦਵੇ, ਇਹਨੂੰ ਕੀ ਪਤਾ। ਤੇ ਦੁਨੀਆ ਇੰਨੀ ਚਲਾਕ ਹੈ, ਇੰਨੀ ਬਦਮਾਸ਼ ਹੈ, ਇੰਨੀ ਸਿਆਣੀ ਹੈ ਵੀ ਸਮਝਦੀ ਹੈ ਵੀ ਭੋਲਾ ਜਿਹੜਾ ਨਾਥ ਹੈ ਨਾ, ਭੋਲੇ ਨਾਥ ਸ਼ਿਵ ਜੀ, ਉਹ ਤਾਂ ਬੜਾ ਭੋਲਾ ਹੈ ਤੇ ਮੈਂ ਲੁੱਟ ਲਵਾਂ ਦਵਾ ਦਵ, ਛੇਤੀ ਛੇਤੀ ਉਹਦੇ ਕੋਲੋਂ ਮੰਗ ਲਵਾਂ। ਤੇ ਉਹਨੂੰ ਮੰਗਣ ਵਾਸਤੇ ਫਿਰ ਉਹਦਾ ਮੰਤਰ ਜਪਿਆ ਜਾਂਦਾ, ਉਹਨੂੰ ਆਰਾਧਿਆ ਜਾਂਦਾ।
ਕਾਹਦੇ ਵਾਸਤੇ ਕਿ ਮੈਂ ਉਹਦੇ ਕੋਲੋਂ ਪਦਾਰਥ ਮੰਗਾਂਗਾ, ਮੈਂ ਉਹਦੇ ਕੋਲੋਂ ਵਸਤੂਆਂ ਮੰਗਾਂਗਾ, ਕਿਉਂਕਿ ਉਹ ਤੇ ਭੋਲਾ ਹੈ। ਉਹਨੂੰ ਨਹੀਂ ਪਤਾ ਵੀ ਮੈਂ ਤਪ ਥੋੜ੍ਹਾ ਕੀਤਾ ਤੇ ਪਦਾਰਥ ਜ਼ਿਆਦਾ ਮੰਗ ਲਿਆ, ਜਿੰਨਾ ਮੰਗ ਲਿਆ ਮੈਨੂੰ ਮਿਲ ਜਾਣਾ। ਤੇ ਸਤਿਗੁਰਾਂ ਨੂੰ ਪੁੱਛਿਆ, ਮਹਾਰਾਜ ਇਸੇ ਤਰ੍ਹਾਂ ਹੋ ਸਕਦਾ? ਗੁਰੂ ਗ੍ਰੰਥ ਸਾਹਿਬ ਨੂੰ ਜਦੋਂ ਪੁੱਛਿਆ ਵੀ ਮਹਾਰਾਜ ਇਸ ਤਰ੍ਹਾਂ ਹੋ ਜਾਂਦਾ ਹੈ, ਉਹ ਭੋਲਾ ਖੁਸ਼ ਹੋ ਜਾਂਦਾ ਹੈ, ਮੂੰਹ ਮੰਗੀ ਵਸਤੂ ਦੇ ਦਿੰਦਾ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿਣ ਲੱਗੇ, ਨਹੀਂ, ਇਸ ਤਰ੍ਹਾਂ ਨਹੀਂ ਹੁੰਦਾ। ਉਹਨਾਂ ਨੇ ਗੁਰਬਾਣੀ ਵਿੱਚ ਲਿਖਿਆ, ਸੰਪੈ ਕੋ ਈਸਰ ਧਿਆਈਐ, ਸੰਪੈ ਪੁਰਬ ਲਿਖੇ ਕੀ ਪਾਈਐ। ਸੰਪੈ ਨਾਮ ਹੈ ਧਨ ਪਦਾਰਥਾਂ ਦਾ, ਵਸਤੂਆਂ ਦਾ। ਧਨ ਪਦਾਰਥ ਵਸਤੂਆਂ ਵਾਸਤੇ ਈਸਰ ਧਿਆਈਐ। ਈਸਰ ਨਾਮ ਹੈ ਭੋਲੇ ਦਾ, ਸ਼ਿਵ ਜੀ ਦਾ। ਲੋਕੀ ਸ਼ਿਵ ਜੀ ਨੂੰ ਧਿਆਉਂਦੇ ਵੀ ਉਹ ਬੜਾ ਭੋਲਾ ਹੈ, ਉਹਨੂੰ ਤੇ ਪਤਾ ਨਹੀਂ ਹੈ, ਥੋੜ੍ਹਾ ਜਿਹਾ ਧਿਆਵਾਂਗੇ ਤੇ ਜ਼ਿਆਦਾ ਮਿਲੇਗਾ। ਪਰ ਮਹਾਰਾਜ ਕਹਿਣ ਲੱਗੇ, ਬੰਦਿਆ, ਸੰਪੈ ਪੁਰਬ ਲਿਖਿਆ ਕੀ ਪਾਈਐ। ਜਿਹਦਾ ਮਰਜ਼ੀ ਤੂੰ ਮੰਤਰ ਜਪੀ ਜਾ, ਪਦਾਰਥ ਤੈਨੂੰ ਉਹ ਮਿਲਣਾ ਜਿਹੜਾ ਕਰਮਾਂ ਵਿੱਚ ਲਿਖਿਆ। ਕਿਉਂਕਿ ਕੋਈ ਵੀ ਦੇਵਤਾ ਇੰਨਾ ਸਮਰੱਥ ਨਹੀਂ ਹੈ ਵੀ ਤੇਰੇ ਕਰਮਾਂ ਨੂੰ ਬਦਲ ਦੇਵੇ ਜਾਂ ਤੇਰੇ ਕਰਮਾਂ ਵਿੱਚ ਨਵਾਂ ਲੇਖ ਲਿਖ ਦੇਵੇ। ਨਹੀਂ, ਇਹ ਕੇਵਲ ਤਾਕਤ ਹੈ ਪਰਮੇਸ਼ਰ ਦੇ ਹੱਥਾਂ ਵਿੱਚ। ਜੇ ਕਰਮ ਬਦਲਿਆ ਜਾਂਦਾ ਹੋਵੇ ਨਾ, ਤੇ ਫਿਰ ਦੇਵਤੇ ਜਿਹੜੇ ਨੇ ਉਹ ਆਪਣਾ ਕਰਮ ਬਦਲ ਲੈਂਦੇ, ਕਰਮ ਬਦਲ ਲੈਂਦੇ, ਪਰ ਨਹੀਂ ਬਦਲਿਆ ਜਾਂਦਾ। ਗੁਰਬਾਣੀ ਵਿੱਚ ਮਹਾਰਾਜ ਨੇ ਬਚਨ ਲਿਖੇ ਨੇ, ਆਪਾਂ ਪੜ੍ਹਦੇ ਵੀ ਹਾਂ। ਕਹਿਣ ਲੱਗੇ, ਚੰਦਰਮਾ ਵੱਧਦਾ ਤੇ ਘਟਦਾ ਹੈ, ਕਿਉਂਕਿ ਚੰਦਰਮਾ ਨੂੰ ਸ਼ਰਾਪ ਹੋਇਆ ਹੈ, ਵੱਧਦਾ ਘਟਦਾ ਰਹੇਗਾ। ਤੇ ਚੰਦਰਮਾ ਵੀ ਤੇ ਇੱਕ ਦੇਵਤਾ ਹੀ ਮੰਨਿਆ ਜਾਂਦਾ ਨਾ। ਲੋਕ ਉਹਨੂੰ ਵੇਖ ਕੇ ਆਪਣਾ ਵਰਤ ਖੋਲ੍ਹਦੇ ਨੇ। ਤੇ ਪਾਤਸ਼ਾਹ ਕਹਿਣ ਲੱਗੇ, ਜੇ ਆਪਣੇ ਕਰਮ ਨੂੰ ਮਿਟਾ ਸਕਦਾ ਹੋਵੇ ਤੇ ਫਿਰ ਉਹ ਮਿਟਾ ਦਿੰਦਾ, ਉਹਨੂੰ ਵਧਣ ਘਟਣ ਦੀ ਲੋੜ ਨਾ ਪੈਂਦੀ। ਸੰਕਰਾ ਮਸਤਕ ਬਸਤਾ। ਸੰਕਰਾ ਨਾਮ ਸ਼ਿਵ ਜੀ ਦਾ ਹੀ ਹੈ। ਕਹਿਣ ਲੱਗੇ, ਸ਼ਿਵ ਜੀ ਦੇ ਮੱਥੇ ਦੇ ਉੱਪਰ ਚੰਦਰਮਾ ਦਾ ਨਿਵਾਸ ਹੈ। ਤੁਸੀਂ ਨਾਟਕ ਵੇਖਦੇ ਹੋ ਨਾ, ਤੇ ਨਾਟਕ ਵਿੱਚ ਵਿਖਾਇਆ ਜਾਂਦਾ ਵੀ ਸ਼ਿਵ ਜੀ ਦੀ ਜਟਾ ਦੇ ਉੱਪਰ ਅੱਧਾ ਕੁ ਚੰਦਰਮਾ ਬਣਾਇਆ ਹੁੰਦਾ। ਜਾਂ ਜਿਹੜੇ ਰਾਸ ਪਾਉਣ ਵਾਲੇ ਆਉਂਦੇ ਨੇ, ਉਹ ਰਾਸ ਪਾਉਣ ਵਾਲੇ ਵਿਖਾਉਂਦੇ ਕਿ ਸ਼ਿਵ ਜੀ ਇੱਕ ਬਣਾਇਆ ਜਾਂਦਾ ਨਕਲੀ, ਉਹਦਾ ਜੂੜਾ ਕਰਕੇ ਜਟਾਵਾਂ ਦਾ ਉੱਪਰ ਚੰਦਰਮਾ ਦਾ ਇੱਕ ਨਿਸ਼ਾਨ ਲਾਇਆ ਜਾਂਦਾ। ਇਤਿਹਾਸਕਾਰ ਜਿਹੜੇ ਗ੍ਰੰਥਕਾਰ ਸ਼ਾਸਤਰ ਨੇ, ਉਹਨਾਂ ਵਿੱਚ ਲਿਖਿਆ ਵੀ ਚੰਦਰਮਾ ਦਾ ਨਿਵਾਸ ਜਿਹੜਾ ਹੈ ਨਾ ਸ਼ਿਵ ਜੀ ਦੀਆਂ ਜਟਾਵਾਂ ਦੇ ਵਿੱਚ ਹੈ। ਸੰਕਰਾ ਮਸਤਕ ਬਸਤਾ, ਸ਼ਿਵ ਜੀ ਦੀਆਂ ਜਟਾਵਾਂ ਦੇ ਵਿੱਚ, ਮੱਥੇ ਦੇ ਵਿੱਚ ਵਸਣ ਵਾਲਾ, ਰਹਿਣ ਵਾਲਾ। ਸੁਰਸਰੀ ਇਸ਼ਨਾਨ ਰੇ। ਸੁਰਸਰੀ ਨਾਮ ਗੰਗਾ ਦਾ, ਗੰਗਾ ਵਿੱਚ ਕਰਦਾ ਇਸ਼ਨਾਨ। ਆਪਾਂ ਜਾਂਦੇ ਹਾਂ ਨਾ ਗੰਗਾ ਵਿੱਚ ਇਸ਼ਨਾਨ ਕਰਨ ਵਾਸਤੇ, ਹਿੰਦੂ ਲੋਕ ਜਾਂਦੇ। ਜਿਹੜੀ ਗੰਗਾ ਵਿੱਚ ਉਹ ਇਸ਼ਨਾਨ ਕਰਨ ਗਏ ਨੇ, ਉਸ ਵਿੱਚ ਪਤਾ ਨਹੀਂ ਪਹਿਲਾਂ ਕਿੰਨੇ ਕੁ ਇਸ਼ਨਾਨ ਕਰਕੇ ਚਲੇ ਗਏ। ਪਰ ਇੱਕ ਚੰਦਰਮਾ ਇਹੋ ਜਿਹਾ ਜਿਹਨੂੰ ਸਭ ਤੋਂ ਪਹਿਲਾਂ ਗੰਗਾ ਦਾ ਪਾਣੀ ਮਿਲਦਾ, ਸਭ ਤੋਂ ਪਹਿਲਾਂ ਪਾਣੀ ਉਹਦੇ ਵਿੱਚ ਆ ਕੇ ਪੈਂਦਾ, ਉਹਦੇ ਸਿਰ ਵਿੱਚ ਪਾਣੀ ਪੈਂਦਾ, ਫਿਰ ਦੁਨੀਆ ਨੂੰ ਪਾਣੀ ਮਿਲਦਾ। ਇੰਨਾ ਪਵਿੱਤਰ ਪਾਣੀ, ਕਿਉਂਕਿ ਵਿਦਵਾਨਾਂ ਨੇ ਲਿਖਿਆ, ਸ਼ਾਸਤਰਕਾਰ ਕਹਿੰਦੇ ਨੇ ਵੀ ਗੰਗਾ ਜਿਹੜੀ ਸਵਰਗਾਂ 'ਚੋਂ ਆਈ ਹੈ, ਵਿਸ਼ਨਪੁਰੀ 'ਚੋਂ ਨਿਕਲੀ ਹੈ। ਲੰਮੀ ਸਾਖੀ ਹੈ, ਆਪਾਂ ਉੱਧਰ ਨਹੀਂ ਜਾਵਾਂਗੇ। ਪਰ ਕਹਿਣ ਲੱਗੇ, ਦੁਨੀਆ ਨੂੰ ਪਵਿੱਤਰ ਕਰਨ ਵਾਲੀ ਗੰਗਾ ਚੰਦਰਮਾ ਦੇ ਇਸ਼ਨਾਨ ਕਰਵਾ ਕੇ ਫਿਰ ਅੱਗੇ ਚੱਲਦੀ ਹੈ, ਫਿਰ ਅੱਗੇ ਤੁਰਦੀ ਹੈ। ਆਕਾਸ਼ ਗੰਗਾ ਵੀ ਕਹਿ ਦਿੰਦੇ। ਸੁਰਸਰੀ ਇਸ਼ਨਾਨ ਰੇ, ਗੰਗਾ ਵਿੱਚ ਇਸ਼ਨਾਨ ਕਰਨ ਵਾਲਾ, ਸ਼ਿਵ ਜੀ ਤੇ ਮੱਥੇ ਰਹਿਣ ਵਾਲਾ। ਕੁਲ ਜਨ ਮਿਲਿਓ, ਕੁਲ ਜਨ ਮਿਲਿਓ ਸਾਰੰਗ ਪਾਨ ਰੇ। ਚੰਦਰਵੰਸ਼ੀ ਕੁਲ ਦੇ ਵਿੱਚ ਭਗਵਾਨ ਕ੍ਰਿਸ਼ਨ ਜੀ ਦਾ ਅਵਤਾਰ ਹੋਇਆ। ਦੁਨੀਆ ਵਿੱਚ ਦੋ ਹੀ ਵੰਸ਼ਜ ਨੇ, ਇੱਕ ਹੈ ਚੰਦਰਵੰਸ਼ੀ, ਇੱਕ ਹੈ ਸੂਰਿਆਵੰਸ਼ੀ। ਤੇ ਭਗਵਾਨ ਕ੍ਰਿਸ਼ਨ ਜੀ ਜਿਹੜੇ ਹੋਏ ਚੰਦਰਵੰਸ਼ੀ ਕੁਲ ਵਿੱਚ ਹੋਏ। ਮਹਾਰਾਜ ਕਹਿਣ ਲੱਗੇ, ਕੁਲ ਜਨ ਮਧੇ ਮਿਲਿਓ ਸਾਰੰਗ ਪਾਨ ਰੇ। ਸਾਰੰਗ ਨਾਮ ਹੈ ਧਨੁੱਖ ਦਾ, ਪਾਨ ਨਾਮ ਹੈ ਫੜਨ ਵਾਲਾ ਆਪਣੇ ਹੱਥਾਂ ਵਿੱਚ। ਜਿਨ੍ਹਾਂ ਨੇ ਹੱਥ ਵਿੱਚ ਧਨੁੱਖ ਫੜ ਕੇ ਤੇ ਜੰਗ ਕੀਤੇ ਭਗਵਾਨ ਕ੍ਰਿਸ਼ਨ ਜੀ, ਉਹ ਚੰਦਰਮਾ ਦੀ ਕੁਲ ਵਿੱਚ, ਚੰਦਰਮਾ ਦੇ ਅੱਗੇ ਖਾਨਦਾਨ ਵਿੱਚ ਪੈਦਾ ਹੋਏ। ਪਰ ਮਹਾਰਾਜ ਨੇ ਕੀ ਲਿਖਿਆ? ਕਹਿਣ ਲੱਗੇ, ਕਰਮ ਕਰ ਕਲੰਕ ਮਫੀਟ ਸਦੀ। ਜਿਹੜਾ ਕਰਮ ਕੀਤਾ ਨਾ ਚੰਦਰਮਾ ਨੇ, ਗੌਤਮ ਰਿਖੀ ਦੀ ਘਰਵਾਲੀ ਦਾ ਸੱਤ ਤੜਵਾਇਆ, ਜੱਤ ਤੜਵਾਇਆ। ਮਾੜੇ ਬੰਦੇ ਦੀ ਸੰਗਤ ਕਰਕੇ ਆਪਣੇ ਆਪ ਨੂੰ ਇਹੋ ਜਿਹਾ ਕਲੰਕੀ ਕੀਤਾ,
शिव जी का मत्था भी उन्होंने कलंक तो मुक्त नहीं कर सकिया, गंगा का पानी भी कलंक तो मुक्त नहीं कर सकिया, तो कुल दे विच पैदा होया भगवान कृष्ण भी कहन लगे चंद्रमा के कलंक नूं मिटा नहीं सकिया। लिखिया होया कर्म, बनया होया कर्म मिटदा नहीं है। जे मिटदा है तो केवल परमेश्वर मिट सकता है। दुनिया का पैगंबर, दुनिया का देवता, दुनिया का रैबर इस नूं मेट नहीं सकता। ते सतगुरु पातशाह कहन लगे संपै पुरब लिखै की पाई है। तू तो आखदा भी मैं मंत्र पढ़ांगा तो शिव जी खुश होवेगा तो मैनू माया देवेगा, पर माया तां मिलनी है जे मत्थे ते रब ने लेख लिखिया, मिलनी तां जे मत्थे ते कर्मां विच लिखी नहीं ना, फिर तू जिहदा मर्जी मंत्र पढ़दा रह, भावें किसी नूं भोला समझ के ते भावें चलाक समझ के, वड्डे तो वड्डे देवते का भी आराधन कर लै, जे कर्मां विच नहीं रब ने लिखी तो कोई दे नहीं सकता है। मिलेगी वो जिहड़ी कर्मां विच लिखी है। सतगुरु बख्शिश करदे मनुआ दै दिस धाव दा, मनमुख बंदे दा मन ऐस दुनिया विच, देश विच, विदेश विच, कदे पताल दे समुंदरां दे थल्ले जाके खियाने कढण नूं दौड़दा है, कदे स्वर्गां तो फल लैण वास्ते देवतियां दी आराधना करदा भी फलाना देवता मेरे ते खुश हो के मैनू दे के जावेगा। पातशाह कहन लगे भाई इस तरह करन दे नाल मिलना तो कुछ नहीं, पर इहो जिहे मनमुख बंदे तुसीं कदे भी ना सोचो भी रब दे गुण गा सकणगे। जे वो गुण गाउणगे तो केवल पदार्थ का ही गुण गाउणगे। मेरी गड्डी विच ये गुण ने, मेरे घर विच ये गुण ने, मेरे परिवार विच ये गुण ने, इत्थों तक कि मेरे शरीर दे विच भी ये गुण है। जिहड़ा मैं कपड़ा पाया इहदे विच आ गुण ने, मैं जुत्ती पाई है इहदे विच ये गुण ने। दुनिया का बंदा अपने गुण ते गा सकता है, अपने घर दे, गड्डी दे, परिवार दे, कपड़ियां दे गुण ते गा सकता है, पर मनमुख बंदा रब दे गुण नहीं जे गाउंदा। क्यों नहीं गाउंदा? क्योंकि वहदा मन करदा भी मैं दुनिया दे पदार्थ वस्तुआं लवां, तां करके उन्हां दी तारीफ करदा। रब नूं लैणा ही नहीं, फिर उहदी तारीफ भी क्यों करनी? ये मनमुख दी हालत है। जे साडा भी मन इस तरह दौड़दा पिया ना, जां असीं भी इस तरह करदे, फिर जान लईए भी साडे मन विच भी मनमुखताई है, ते मनमुखताई नूं खत्म करना पवे, गुरमुखताई नूं अपनाउणा पवेगा। मनुआ दै दिस धाव दा ओ कैसे हर गुण गावे। जिहदा मन दसां दिशां विच दौड़िया फिरदा वो कदे भी परमेश्वर दे गुण नहीं गा सकदा। ये बचन पल्ले बन्नण वाला है। महाराज फरमाउंदे हन, इंद्रिय व्याप रही अधिकाई, काम क्रोध नित संतावै। इंद्री है ना, इंद्री की है? साडे शरीर का अंग। इंद्रियां अखां ने, कन ने, मूँह है, हथ पैर जो भी है, ये साडे शरीर दियां इंद्रियां नूं तृष्णा जिहड़ी ना बहुती लगी हुई है। अखां दा की है? रोग वेखी जावां, वेखी जावां। असीं दुनिया दे वख-वख इलाके देखते हैं, सैर करन जाते हैं, घूमन जाते हैं, पर अखां रजियां नहीं। ये साडियां अखां नूं तृष्णा लगी हुई, अखां नहीं रजियां, कन नहीं रजे, सुनदा 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 बोला तो हो गया, पर सुनों हाले भी हटिया नहीं, कहदा मशीन लग जावे। जुबान बोलदियां बोलदियां थक गई है, हुण बोलिया नहीं जाता, फिर भी इशारा करदा भी मेरे नेड़े आ, मैं कुछ कहना चाहुंदा हाँ। सतगुरु पातशाह कहन लगे इंद्री व्याप रही अधकाई। जिहड़ियां शरीर दियां इंद्रियां ने, अंग पैर ने, हथ पैर ने, अखां मूँह नक कन है, सुंघदियां सुंघदियां, खांदियां खांदियां, बोलदियां बोलदियां, सुणदियां सुणदियां, वेखदियां वेखदियां, तृष्णा ते अगे तो अगे वधदी गई है, मुक्की नहीं है। व्याप रही अधकाई, सगों ज़्यादियां शरीर दियां ज़्यादियां सगों उधर नूं इंद्रियां लग गईयां, ज़्यादा ध्यान इधर नूं आ गया। बचपन दे विच उन्ना सुनन दा ध्यान नहीं सी जिन्ना ध्यान सुनन दा बुढ़ापे विच खिच के लै आया। बचपन दे विच ते किसी ने गल कीती है, कदे सुनी ते कदे ना सुनी, भज गया। पर जिवें जिवें बजुर्ग हुंदा जांदा हुण ते दूरों सुनन दी कोशिश करदा भी कोई की कहिंदा पिया है, सगों ज़्यादा तृष्णा वध गई ना सुनन दी। बचपन विच उन्ना लालच नहीं सी भी कोई की कहिंदा, ते जिवें जिवें वड्डा हुंदा जांदा सुनन दी इच्छा वध गई है। बचपन दे विच इच्छा नहीं सी बहुता कुछ वेखण दी, केवल खिडौणियां तक सीमित है। पर जिवें जिवें जवान हुंदा छेवें काम ना पुछै जात, ऐसी अवस्था बन गई हुण हरेक नूं तकदा है।
ਬਚਪਨ ਦੇ ਵਿੱਚ ਤੇ ਕੇਵਲ ਦੁੱਧ ਪੀਣ ਦੀ ਇੱਛਾ ਸੀ। ਮਾਂ ਦੁੱਧ ਪਿਲਾਵੇ ਤੇ ਠੀਕ ਹੈ, ਥੋੜੀ ਬਹੁਤੀ ਚੂਰੀ ਕੁੱਟ ਕੇ ਦੇ ਦੇਵੇ ਠੀਕ ਹੈ। ਜਿਵੇਂ ਜਿਵੇਂ ਵੱਡਾ ਹੋਇਆ ਜ਼ੁਬਾਨ ਦਾ ਰੋਗ ਵਧਿਆ। ਹੁਣ ਤੇ ਦੁਨੀਆ ਦੇ ਸਾਰੇ ਪਦਾਰਥ ਖਾਂਦਾ, ਜ਼ੁਬਾਨ ਫਿਰ ਵੀ ਰੱਜੀ ਨਹੀਂ ਹੈ। ਇੰਦਰੀ ਵਿਆਪ ਰਹੀ ਅਧਕਾਈ, ਸਰੀਰ ਦੀਆਂ ਇੰਦਰੀਆਂ ਅੱਗੇ ਤੋਂ ਅੱਗੇ ਹੋਰ ਤ੍ਰਿਸ਼ਨਾ ਵਿੱਚ ਖੁੱਭ ਗਈਆਂ। ਤੇ ਪਾਤਸ਼ਾਹ ਕਹਿਣ ਲੱਗੇ ਕਾਮ ਕ੍ਰੋਧ ਨਿਤ ਸੰਤਾਵੈ। ਕਦੇ ਕਾਮ ਚੜ ਗਿਆ, ਕਦੇ ਕ੍ਰੋਧ ਆ ਗਿਆ, ਕਦੇ ਲੋਭ ਆ ਗਿਆ, ਕਦੇ ਮੋਹ ਆ ਗਿਆ। ਹੋਰ ਤੋਂ ਹੋਰ ਬਹੁਤਾ ਦੁਖੀ ਕਰਦੇ ਪਏ। ਮਨਮੁਖ ਬੰਦੇ ਨੂੰ ਇਹਨਾਂ ਵਿਕਾਰਾਂ ਨੇ ਦੁਖੀ ਕਰ ਛੱਡਿਆ, ਬੜਾ ਦੁਖੀ ਕਰਦੇ ਹਨ। ਵਾਹੋ ਵਾਹੋ ਸਹਿਜੇ ਗੁਣ ਰਵੀਜਾ। ਸਤਿਗੁਰਾਂ ਨੂੰ ਪੁੱਛਿਆ ਮਹਾਰਾਜ ਕੀ ਕਰੀਏ, ਤੁਸੀਂ ਤੇ ਤੋਬਾ ਹੀ ਕਰਾ ਦਿੱਤੀ ਹੈ। ਆਹ ਬਚਨ ਸਾਡੇ ਅੱਜ ਪੱਲੇ ਪੈ ਗਏ, ਅਸੀਂ ਤੇ ਹੈਰਾਨ ਹੋ ਗਿਆ ਵੀ ਸਾਡੇ ਨਾਲ ਇਹ ਕੁਝ ਹੁੰਦਾ ਪਿਆ। ਹੁਣ ਕੀ ਕਰੀਏ, ਬਚਾਅ ਕਿਵੇਂ ਕੀਤਾ ਜਾ ਸਕਦਾ। ਡਾਕਟਰ ਦੇ ਕੋਲ ਗਏ ਆ, ਰੋਗ ਦੱਸਿਆ ਉਸਨੇ, ਬੜਾ ਭਿਆਨਕ ਲੱਗ ਗਿਆ, ਡਰ ਗਿਆ ਮਰੀਜ਼। ਕਹਿਣ ਲੱਗਾ ਵੀ ਹੁਣ ਇਹਦਾ ਅੱਗੇ ਵੀ ਦੱਸੋ ਵੀ ਹੱਲ ਕੀ ਹੈ। ਅਸੀਂ ਵੀ ਡਰੇ ਹੋਏ ਮਹਾਰਾਜ ਨੂੰ ਪੁੱਛਿਆ ਸਤਿਗੁਰੂ ਕੀ ਕਰੀਏ। ਮਹਾਰਾਜ ਕਹਿਣ ਲੱਗੇ ਵਾਹੋ ਵਾਹੋ, ਪਰਮੇਸ਼ਰ ਧਨ ਹੈ, ਪਰਮੇਸ਼ਰ ਧਨ ਹੈ। ਸਹਿਜੇ ਗੁਣ ਰਾਵੀਜੈ। ਇਸ ਗੱਲ ਨੂੰ ਸਹਿਜੇ ਸਹਿਜੇ ਰੋਜ਼ ਕਿਹਾ ਕਰ, ਕਹਿੰਦਾ ਹੀ ਰਿਹਾ ਕਰ। ਕੀ ਕਹਿਣਾ ਹੈ, ਪਰਮੇਸ਼ਰ ਧਨ ਹੈ, ਪਰਮੇਸ਼ਰ ਧਨ ਹੈ। ਕੀ ਕਹਿਣਾ ਹੈ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਸ ਮੰਤਰ ਨੂੰ ਜਪਦਾ ਹੀ ਰਿਹਾ ਕਰ ਹਰ ਵੇਲੇ। ਪੁੱਛਿਆ ਨਾ ਕਰ ਵੀ ਕਿੰਨੀ ਵਾਰੀ ਜਪਾਂ, ਗਿਣਤੀ ਨਾ ਕਰਿਆ ਕਰ ਕਿੰਨੀ ਵਾਰੀ ਜਪਾਂ। ਸਹਿਜੇ ਸਹਿਜੇ ਵਾਹੋ ਵਾਹੋ ਸਹਿਜੇ ਗੁਣ ਰਾਵੀਜੈ। ਪਰਮੇਸ਼ਰ ਧਨ ਹੈ, ਉਹਦਾ ਨਾਮ ਹੈ ਵਾਹਿਗੁਰੂ। ਵਾਹਿਗੁਰੂ ਧਨ ਹੈ। ਸਹਿਜੇ ਸਹਿਜੇ ਹਰ ਰੋਜ਼ ਹਰ ਵੇਲੇ ਇਸ ਗੁਣ ਨੂੰ ਕਹਿ, ਇਸ ਮੰਤਰ ਨੂੰ ਜਪ, ਤਾਂ ਤੇਰਾ ਲਾਭ ਹੋਣਾ ਹੈ। ਰਾਮ ਨਾਮ ਇਸ ਯੁਗ ਮੈਂ ਦੁਰਲਭ ਹੈ, ਗੁਰਮਤਿ ਹਰ ਰਸ ਪੀਜਾ। ਰਾਮ ਦਾ ਨਾਮ ਦੁਰਲਭ ਹੈ। ਰਾਮ ਰਮਿਆ ਹੋਇਆ ਪਰਮੇਸ਼ਰ, ਉਹਦਾ ਨਾਮ ਦੁਰਲਭ ਹੈ, ਨਹੀਂ ਲੱਭਣ ਵਾਲਾ। ਕਿਸੇ ਦੁਕਾਨ ਤੇ ਚਲੇ ਜਾਓ, ਕਿਸੇ ਮਕਾਨ ਤੇ ਚਲੇ ਜਾਓ, ਕਿਸੇ ਬਾਜ਼ਾਰ ਵਿੱਚ ਚਲੇ ਜਾਓ, ਦੇਸ਼ ਤੇ ਵਿਦੇਸ਼ ਵਿੱਚ ਚਲੇ ਜਾਓ, ਰੱਬ ਦਾ ਨਾਮ ਨਹੀਂ ਜੇ ਖਰੀਦਿਆ ਜਾਂਦਾ। ਕੰਚਨ ਸਿਉ ਪਾਈਐ ਨਹੀਂ ਤੋਲ। ਤੂੰ ਆਪਣੇ ਸਰੀਰ ਦੇ ਸਾਰੇ ਗਹਿਣੇ ਲਾ ਕੇ, ਸੋਨਾ ਲਾ ਕੇ ਰੱਖ ਦੇ, ਸੁਨਿਆਰੇ ਦੇ ਤਰਾਜੂ ਤੇ ਵੀ ਲੈ ਸੁਨਿਆਰਿਆ ਲੈ ਲਾ ਮੇਰਾ ਸੋਨਾ, ਪਰ ਰਾਮ ਦਾ ਨਾਮ ਦੇ ਦੇ, ਉਹ ਨਹੀਂ ਜੇ ਦੇ ਸਕਦਾ। ਸੋਨੇ ਚਾਂਦੀ ਨਾਲ ਤੋਲਿਆ ਨਹੀਂ ਜਾਂਦਾ ਪਰਮੇਸ਼ਰ ਦੇ ਨਾਮ ਨੂੰ। ਰਾਮ ਨਾਮ ਦੁਰਲਭ ਹੈ। ਕਲਯੁਗ ਦੇ ਵਿੱਚ ਰਾਮ ਦੇ ਨਾਮ ਨੇ ਮੁਕਤੀ ਕਰਨੀ ਹੈ, ਪਰ ਨਾਮ ਬੜਾ ਦੁਰਲਭ ਹੈ, ਮਿਲਦਾ ਨਹੀਂ, ਲੱਭਦਾ ਨਹੀਂ। ਪਰ ਲੱਭਦਾ ਕਿੱਥੋਂ ਹੈ, ਗੁਰਮਤਿ ਹਰ ਰਸ ਪੀਜੈ। ਜਦੋਂ ਗੁਰੂ ਦੀ ਮੱਤ ਲਏਗਾ ਨਾ, ਗੁਰੂ ਦੀ ਸਿੱਖਿਆ ਲਵੇਂਗਾ, ਗੁਰੂ ਕੋਲੋਂ ਮਿਲਣਾ। ਗੁਰ ਕੀ ਮਤ ਤੂੰ ਲੇਹੇ ਇਹ ਆਨੇ, ਇਹ ਅਣਜਾਣ ਗੁਰੂ ਦੀ ਮਤ ਸਿੱਖਿਆ ਲੈ, ਉੱਥੋਂ ਰਾਮ ਦਾ ਨਾਮ ਮਿਲਣਾ ਹੈ। ਰਾਓ ਸ਼ਬਦ ਚੀਨ ਮਨ ਨਿਰਮਲ ਹੋਵੇ, ਤਾਂ ਹਰ ਕੇ ਗੁਣ ਗਾਵੇ। ਜਦੋਂ ਗੁਰੂ ਦੇ ਉਪਦੇਸ਼ ਨੂੰ ਜਾਣਦਾ ਹੈ ਤਾਂ ਮਨ ਨਿਰਮਲ ਹੁੰਦਾ। ਗੁਰੂ ਦੇ ਉਪਦੇਸ਼ ਦੇ ਨਾਲ ਆਪਾਂ ਇੱਥੇ ਬੈਠੇ ਹਾਂ, ਗੁਰੂ ਦਾ ਉਪਦੇਸ਼ ਸੁਣਦੇ ਪਏ ਹਾਂ, ਇੱਥੇ ਬੈਠੇ ਹਾਂ, ਗੁਰੂ ਦਾ ਉਪਦੇਸ਼ ਸੁਣੇਗਾ, ਮਨ ਨਿਰਮਲ ਤਾਂ ਹੋਣਾ। ਤੇ ਪਾਤਸ਼ਾਹ ਕਹਿੰਦੇ ਜਦੋਂ ਮਨ ਪਵਿੱਤਰ ਹੋਵੇਗਾ ਨਾ, ਉਦੋਂ ਤੇਰੇ ਕੋਲੋਂ ਪਰਮੇਸ਼ਰ ਦੇ ਗੁਣ ਗਾਏ ਜਾਣੇ, ਉਦੋਂ ਗਾਇਆ ਜਾਂਦਾ ਹੈ। ਗੁਰਮਤਿ ਆਪੇ ਆਪ ਪਛਾਣੈ, ਤਾਂ ਨਿਜ ਘਰ ਵਾਸਾ ਪਾਵੈ। ਗੁਰੂ ਦੀ ਮੱਤ ਲੈ ਕੇ ਜਿਨ੍ਹਾਂ ਨੇ ਆਪਣੇ ਨਿੱਜੀ ਸਰੂਪ ਨੂੰ ਜਾਣਿਆ ਹੈ,